सदा सच्चिदानंद सतरंग पुरणासी करी मुल्क निंदा समस्त निवासी अजायब विभूते गजायब गनी में हरियं करी मुल रही में चतर चक्र वर्ती चतर चक्र भुगते स्वयं पिव सबहूँ सर्वदा सरजुगते दो कालं परनासी दयालं स्वरूपे सदायंग संगे अपंगं विभूते। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा सतसंग जीओ। आप ਸਰਬੱਤ ਸੰਗਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਜੇ ਹੋਏ ਦਰਬਾਰ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬ੍ਰਹਮ ਬੇਤੇ ਮਹਾਂਪੁਰਸ਼ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ 50 ਸਾਲ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨ ਵਾਲੇ ਸਿੱਖ ਜਗ ਦੇ ਮਹਾਨ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਉਹਨਾਂ ਦੀ 44ਵੀਂ ਯਾਦ ਔਰ ਇਸ ਸਾਲ ਇਸ ਯਾਦ ਦੇ ਨਾਲ ਨਾਲ ਸੰਸਾਰ ਦੇ ਮਾਲਕ ਨਿਰਾਕਾਰ ਤੋਂ ਸਾਕਾਰ ਰੂਪ ਦੇ ਅੰਦਰ ਸੰਸਾਰ ਦਾ ਭਲਾ ਕਰਨ ਵਾਲੇ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਉਹਨਾਂ ਦੀ ਅਰਧ ਸ਼ਤਾਬਦੀ 550 ਸਾਲਾ ਆਗਮਨ ਦਿਹਾੜਾ ਜੋ ਸਾਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿੱਥੇ ਵੀ ਕੋਈ ਬੈਠਾ ਉਹ ਆਪਣੇ ਤਰੀਕੇ ਦੇ ਨਾਲ ਇਸ ਮਹਾਨ ਗੁਰਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਲਗਾਤਾਰ ਲਗਭਗ 1 ਸਾਲ ਪੰਥ ਦੇ ਫੈਸਲੇ ਅਨੁਸਾਰ ਸਮਾਗਮ ਹੋਏ ਔਰ ਹੋ ਰਹੇ ਹਨ। ਇਸ ਪੰਡਾਲ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਹ 550 ਸਾਲਾ ਆਗਮਨ ਦਿਹਾੜੇ ਦਾ ਸੰਕਲਪ ਵੀ ਨਾਲ ਲਿਆ ਗਿਆ ਹੈ ਔਰ ਸੰਪਰਦਾ ਰਾੜਾ ਸਾਹਿਬ ਦੇ ਵਰਤਮਾਨ ਸਮੇਂ ਦੇ ਅੰਦਰ ਮੌਜੂਦਾ ਮੁਖੀ ਵਿਦਵਾਨ ਮਹਾਂਪੁਰਸ਼ ਵਿਦਿਆ ਰਸ ਵਿਦਵਾਨ ਕੋ ਜਾਨਤ ਇੱਕ ਵਿਦਵਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਤੇ ਜਿਨ੍ਹਾਂ ਨੇ ਪੰਥ ਦੇ ਲਈ ਔਰ ਸਿੱਖ ਸੰਗਤਾਂ ਦੀ ਸਹੂਲਤ ਲਈ ਗਿਆਨੀ ਸਿੰਘ ਸਾਹਿਬਾਨਾਂ ਵਾਸਤੇ ਜੋ ਬੜੀ ਕਰੜੀ ਮਸ਼ੱਕਤ ਘਾਲਣਾ ਘਾਲ ਕੇ ਮਹਾਂਪੁਰਖਾਂ ਦੇ ਨਾਂ 'ਤੇ ਈਸ਼ਰ ਮੈਕਰੋ ਮੀਡੀਆ ਬਣਾਇਆ ਅਤੇ ਅੱਜ ਸਿੱਖ ਜਗਤ ਦੇ ਸਾਰੇ ਪ੍ਰਚਾਰਕ ਕਥਾਵਾਚਕ ਜਿਨ੍ਹਾਂ ਦੇ ਵਾਸਤੇ ਇੱਕ ਵਰਦਾਨ ਸਾਬਤ ਹੋਇਆ ਇਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਮਿਹਨਤ ਹੈ ਔਰ ਜਿਹੜਾ ਕੰਮ ਯੂਨੀਵਰਸਿਟੀਆਂ ਨਹੀਂ ਕਰ ਸਕੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਗਾਂ 'ਚ ਨਹੀਂ ਸੀ ਲਿਖਿਆ, ਉਹ ਕਾਰਜ ਇਸ ਭਾਈ ਦਇਆ ਸਿੰਘ ਸਾਹਿਬ ਦੀ ਸੰਪਰਦਾ ਦੇ ਇਸ ਮਹਾਂਪੁਰਸ਼ ਦੇ ਹਿੱਸੇ ਹੈ। ਉਹਨਾਂ ਨੇ ਉਹਨਾਂ ਦੀ ਦਾਨਸ਼ਮੰਦੀ ਹੈ, ਉਹਨਾਂ ਦੀ ਉਦਾਰਤਾ ਹੈ ਕਿ ਮੈਂ ਤਾਂ ਆਪਣੇ ਸਹੀ ਟਾਈਮ 'ਤੇ ਪਹੁੰਚ ਗਿਆ। ਸਟੇਜ ਦੀਆਂ ਕਈ ਵਾਰ ਮਜਬੂਰੀਆਂ ਹੁੰਦੀਆਂ ਨੇ ਅਤੇ ਦਾਸ ਨੂੰ ਕੋਈ ਟਾਈਮ ਦੇ ਕੇ ਲੇਟ ਹੋਣ ਦਾ ਨਾ ਸੁਭਾਅ ਹੈ ਔਰ ਮੈਂ ਮਹਾਂਪੁਰਖਾਂ ਦੀ ਜਥੇ ਵਿੱਚ ਰਹਿ ਕੇ ਤਾਂ ਨਹੀਂ, ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬੜਾ ਲੰਮਾ ਸਮਾਂ ਮੈਂ ਵੀ ਉਹਨਾਂ ਦੀ ਸੰਗਤ ਕੀਤੀ ਹੈ। 71 ਤੋਂ 75 ਤੱਕ ਤਾਂ ਸੁਤੰਤਰ ਰੂਪ ਦੇ ਵਿੱਚ, ਪਰ ਇਸ ਤੋਂ 2-3 ਸਾਲ ਪਹਿਲਾਂ ਮੈਂ ਪਤੰਤਰ ਰੂਪ ਦੇ ਵਿੱਚ ਮੈਂ ਕਿਸੇ ਮਹਾਂਪੁਰਸ਼ਾਂ ਦੇ ਕੋਲ ਜਿਨ੍ਹਾਂ ਦੀ ਅਧੀਨਗੀ ਦੇ ਵਿੱਚ ਸੀ, ਉਹਨਾਂ ਤੋਂ ਬਾਹਰ ਜਾ ਕੇ ਨਹੀਂ ਸੀ ਜਾ ਸਕਦਾ, ਪਰ ਉਹਨਾਂ ਦੇ ਨਾਲ ਗਾਹੇ ਵਗਾਹੇ ਦਰਸ਼ਨ ਹੁੰਦੇ ਰਹੇ ਅਤੇ ਉਹਨਾਂ ਮਹਾਂਪੁਰਖਾਂ ਦੀ
ਬਰਸੀ ਦੇ ਸੰਬੰਧ ਵਿੱਚ, ਕਿਉਂਕਿ ਜੋ ਮੈਂ ਆਪਣੇ ਵੱਡਿਆਂ ਤੋਂ ਵਿਦਿਆ ਕਾਲ ਦੇ ਵਿੱਚ ਜੋ ਸੰਸਕਾਰ ਮੈਨੂੰ ਪਏ, ਮੈਂ ਉਹਦੇ ਅਨੁਸਾਰ ਆਪ ਜੀ ਦੇ ਨਾਲ ਗੱਲ ਕਰਨ ਲੱਗਿਆ ਕਿ ਮਹਾਂਪੁਰਖਾਂ ਦੀ ਵਡਿਆਈ, ਮਹਾਂਪੁਰਖਾਂ ਦੀ ਕਰਨੀ ਕਮਾਈ, ਜੇ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਮਹਾਂਪੁਰਸ਼ਾਂ ਦੀਆਂ ਮਹਿਮਾ ਕੀਤੀਆਂ ਹੋਈਆਂ ਅਤੇ ਉਹਦੇ ਨਾਲ ਦੁੱਗਣਾ ਲਾਭ ਹੁੰਦਾ। ਇੱਕ ਤਾਂ ਗੁਰਬਾਣੀ ਦੀਆਂ ਤੁਕਾਂ ਪੜ੍ਹੀਆਂ ਜਾਂਦੀਆਂ ਨੇ ਅਤੇ ਮਹਾਂਪੁਰਸ਼ਾਂ ਦੀ ਮਹਿਮਾ ਜੋ ਗੁਰੂ ਸਾਹਿਬ ਨੇ ਕੀਤੀ ਹੋਈ ਹੈ, ਇਹ ਦਰਗਾਹੀ ਮੋਹਰ ਵੀ ਲੱਗ ਜਾਂਦੀ ਹੈ। ਅਤੇ ਮਹਾਂਪੁਰਖਾਂ ਨੇ ਬਾਅਦ ਦੇ ਵਿੱਚ ਆਪ ਜੀ ਨੂੰ ਨਿਹਾਲ ਕਰਨਾ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਂਪੁਰਸ਼ਾਂ ਦੇ ਮੁਤਲਕ ਹਜ਼ਾਰਾਂ ਤੁਕਾਂ ਗੁਰਬਾਣੀ ਦੀਆਂ, ਸੈਂਕੜੇ ਸ਼ਬਦ, ਸੈਂਕੜੇ ਵੀ ਕਹਿਣੇ ਨਹੀਂ ਬਣਦੇ, ਕਿਹੜਾ ਗਿਣਤੀ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਜਾਂ ਤਾਂ ਸਿੱਧੇ ਤੌਰ 'ਤੇ ਨਿਰਾਕਾਰ ਉਸ ਸੰਸਾਰ ਦੇ ਚਲਾਉਣ ਵਾਲੀ ਉਸ ਮਹਾਨ ਸ਼ਕਤੀ ਨੂੰ, ਨਿਰੰਕਾਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਿੰਤਨ ਕੀਤਾ ਹੋਇਆ, ਅਤੇ ਜਾਂ ਫਿਰ ਸਰਗੁਣ ਸਰੂਪ ਧਾਰਨ ਕਰਕੇ, ਅਤੇ ਉਹਨਾਂ ਦੇ ਵੀ ਬਹੁਤ ਸਾਰੇ ਪ੍ਰਮਾਣ ਮਿਲਦੇ, ਜਾਂ ਫਿਰ ਪਰਮੇਸ਼ਰ ਦੇ ਨਾਮ ਦੀਆਂ ਸਿਫਤਾਂ ਜਿਹੜੀਆਂ ਹਨ ਉਹ ਸ਼ਬਦਾਂ ਦੇ ਅੱਖਰਾਂ ਦੇ ਵਿੱਚ ਐਂ ਪਰੋਈਆਂ ਹੋਈਆਂ ਹਨ ਜਿਵੇਂ ਮਾਲਾ ਜਿਹੜੀ ਹੈ ਅਤੇ ਉਹਦੇ ਮਣਕੇ ਜਿਹੜੇ ਇੱਕ ਸੂਤਰ ਦੇ ਵਿੱਚ ਪਰੋਏ ਹੁੰਦੇ ਹੈ, ਅਤੇ ਸੂਤਰ ਭਾਵੇਂ ਨਜ਼ਰ ਨਾ ਆਵੇ ਪਰ ਉਹਨਾਂ ਮਣਕਿਆਂ ਦੇ ਵਿੱਚ ਸੂਤਰ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਹਰ ਅੱਖਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹਰ ਸ਼ਬਦ ਦੇ ਵਿੱਚ ਐਸੀ ਜੁਗਤੀ ਨਾਲ ਕੀਤੀ ਹੋਈ ਹੈ, ਅਤੇ ਉਹ ਸ਼ਬਦ ਨੂੰ ਜਦੋਂ ਅਸੀਂ ਅਰਥ ਰੂਪ ਵਿੱਚ ਖੋਲ੍ਹਦੇ ਹਾਂ ਉਦੋਂ ਪਤਾ ਲੱਗਦਾ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਰਮਾਤਮਾ ਦੇ ਨਾਮ ਨੂੰ ਬੜੀ ਜੁਗਤੀ ਦੇ ਨਾਲ ਗੁਰਬਾਣੀ ਦੇ ਵਿੱਚ ਗੁੰਥਨ ਕੀਤਾ ਹੋਇਆ। ਇਸੇ ਲਈ ਗੁਰਬਾਣੀ ਦੇ ਪਾਠ ਕਰਨ ਦੀ, ਦੇਖੋ, ਵੇਦ ਸ਼ਾਸਤਰ ਜਿਹੜੇ ਨੇ ਆਪਣੇ ਥਾਂ 'ਤੇ ਉਹਨਾਂ ਦੀ ਮਹਾਨਤਾ ਹੈ। ਚਾਰੇ ਵੇਦ ਨੇ, ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਵੇਦ ਹੈ, ਕੁਰਾਨ ਹੈ, ਜ਼ੀਰ ਹੈ, ਤੌਰੇਤ ਹੈ, ਜ਼ਬੂਰ ਹੈ, ਗੀਤਾ ਹੈ, ਬਾਈਬਲ ਹੈ। ਇਹ ਸਤਿਕਾਰਯੋਗ ਨੇ ਸਾਰੇ ਆਪਣੇ ਆਪਣੇ ਧਰਮਾਂ ਦੇ ਗ੍ਰੰਥ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੀ ਬਾਣੀਆਂ ਸਿਰ ਬਾਣੀ ਕਹਿ ਦਿੱਤਾ ਹੈ। ਉਹਦੇ ਕਾਰਨ ਪ੍ਰਤੱਖ ਰੂਪ ਦੇ ਵਿੱਚ, ਅਤੇ ਜੋ ਮਹਿਮਾ ਪਰਮੇਸ਼ਰ ਦੀ ਨਿਰਾਕਾਰ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਨੂੰ ਕਿਸੇ ਵੀ ਹੋਰ ਗ੍ਰੰਥ ਵਿੱਚ ਇਸ ਤਰੀਕੇ ਨਾਲ ਨਹੀਂ ਮਿਲੇਗੀ। ਔਰ ਫਿਰ ਕੋਈ ਵੀ ਗ੍ਰੰਥ ਗੁਰੂ ਰੂਪ ਦੇ ਅੰਦਰ ਪ੍ਰਮਾਣਿਤ ਨਹੀਂ ਹੋਇਆ, ਆਪਣੇ ਆਪਣੇ ਥਾਂ 'ਤੇ ਮਹਾਨਤਾ ਹੋਏਗੀ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਦੇ ਅੰਦਰ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਦਾ ਤਿਲਕ ਦੇ ਕੇ ਪਰਿਕਰਮਾ ਕਰਕੇ ਜੋ ਮਰਜ਼ਾਦਾ ਗੁਰੂ ਨਾਨਕ ਤੋਂ ਚਲੀ ਆ ਰਹੀ ਸੀ, ਅਤੇ ਉਹਦੇ ਅਨੁਸਾਰ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ, 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਹਰ ਪਾਤਸ਼ਾਹ ਦੇ ਬਚਨ ਸੀ, ਜੋ ਮੁਝ ਬਚਨ ਸੁਨਨ ਕੀ ਚਾਹੇ, ਗ੍ਰੰਥ ਵਿਚਾਰ ਸੁਨੋ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਯਹ ਮੈਂ ਭੇਦ ਨ ਰੰਚ ਕਮਾਨ। ਗੁਰਬਾਣੀ ਦਾ ਕੀਰਤਨ ਹੋਵੇ, ਗੁਰਬਾਣੀ ਦਾ ਪਾਠ ਹੋਵੇ, ਗੁਰਬਾਣੀ ਦੀ ਕਥਾ ਹੋਵੇ, ਸਭ ਪਰਮੇਸ਼ਰ ਦੀ ਸਿਫਤ ਸਲਾਹ। ਹੁਣ ਗੁਰੂ ਰਾਮਦਾਸ ਮਹਾਰਾਜ ਦੇ ਦਰੋਂ ਘਰੋਂ ਬਰੋਸ ਆਏ ਹੋਏ ਰਾਗੀ ਸਿੰਘ ਸਵੈਨ ਕਿੰਨਾ ਸੁੰਦਰ ਕੀਰਤਨ ਆਪ ਜੀ ਨੂੰ ਸੁਣਾ ਰਹੇ ਸੀ। ਕੀਰਤਨ ਵੀ ਬੰਦਗੀ ਹੈ, ਪਾਠ ਵੀ ਬੰਦਗੀ ਹੈ, ਇੱਕ ਸ਼ਬਦ ਵੀ ਬੰਦਗੀ ਹੈ। ਮੂਲ ਮੰਤਰ ਗੁਰਮੰਤਰ, ਜਿਨ੍ਹਾਂ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਹਾਂ, ਉਹਨਾਂ ਦਾ ਇੱਕ ਬਚਨ ਮੈਂ ਆਪਣੇ ਕੰਨਾਂ ਨਾਲ ਸੁਣਿਆ, ਤੁਸੀਂ ਵੀ ਬਹੁਤ ਨੇ ਸੁਣਿਆ ਹੋਵੇਗਾ। ਔਰ ਤੁਹਾਡੇ ਵਿੱਚ ਤਾਂ ਉਹ ਹਸਤੀਆਂ ਬੈਠੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਉਹਨਾਂ ਦੀ ਸੰਗਤ ਕੀਤੀ ਹੈ, ਸਤਿਕਾਰਯੋਗ ਐਸੇ ਬਜ਼ੁਰਗ ਬੈਠੇ ਨੇ। ਹਾਂ, ਇੱਕ ਗੱਲ ਜ਼ਰੂਰ ਹੈ, ਪਰਿਵਾਰ ਦੇ ਵਿੱਚ ਕੋਈ ਬੱਚਾ ਛੋਟੀ ਉਮਰ ਦਾ ਹੋਵੇ, ਕੋਈ ਬੱਚਾ ਵੱਡੀ ਉਮਰ ਦਾ ਹੋਵੇ, ਅਤੇ ਉਹਨਾਂ ਦੇ ਕੋਲੋਂ ਪਿਤਾ ਚਲਾ ਜਾਏ ਤਾਂ ਬੱਚੇ ਆਪਣੇ ਪਿਤਾ ਨੂੰ ਯਾਦ ਕਰਦੇ ਨੇ, ਔਰ ਖ਼ਾਸ ਕਰਕੇ ਜਿਸ ਦਿਨ ਉਹ ਸੰਸਾਰ ਤੋਂ ਗਿਆ ਉਹਦਾ ਘਾਟਾ ਮਹਿਸੂਸ ਕਰਦੇ ਨੇ। ਜੇ ਦੁਨਿਆਵੀ ਇੱਕ ਪਿਤਾ ਨੂੰ
ਦੁਨਿਆਵੀ ਬੱਚੇ ਇਸ ਤਰ੍ਹਾਂ ਯਾਦ ਕਰ ਸਕਦੇ ਨੇ। ਇਹ ਪਰਮਾਰਥੀ ਸੰਬੰਧ ਹੈ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸਾਰੀ ਜ਼ਿੰਦਗੀ, ਭੁੱਲੇ ਹੋਏ ਲੋਕਾਂ ਨੂੰ ਰਾਹ ਦਿਖਾਇਆ, ਗੁਰੂ ਦਾ ਲੜ ਫੜਾਇਆ। ਇਹ ਜ਼ਰੂਰੀ ਹੈ। ਜਿਸ ਦਿਨ ਮਹਾਂਪੁਰਖਾਂ ਨੇ ਪ੍ਰਲੋਕ ਗਮਨ ਕੀਤਾ ਹੈ, ਜਿਸ ਤਾਰੀਖ ਨੂੰ ਕੀਤਾ ਹੈ, ਅਤੇ ਹਰ ਸਾਲ ਰਾੜਾ ਸਾਹਿਬ ਤੋਂ ਬਹੁਤ ਵੱਡੇ ਪੱਧਰ 'ਤੇ ਯਾਦਗਾਰਾਂ ਬਣਾਈਆਂ ਜਾਂਦੀਆਂ ਹਨ। ਭਾਈ ਸੁਦਾਗਰ ਸਿੰਘ ਜੀ ਦੇ ਘਰ ਭਾਈ ਚਰਨਜੀਤ ਸਿੰਘ ਜੀ ਬੈਠੇ ਨੇ, ਗੁਰਪ੍ਰੀਤ ਸਿੰਘ ਬੈਠੇ ਨੇ ਇੱਥੇ। ਉਹ ਇੱਕ ਮਾਹੌਲ ਇੱਕ ਵੱਖਰੀ ਕਿਸਮ ਦਾ ਹੈ। ਮਹਾਂਪੁਰਖਾਂ ਨੇ ਕਿਹਾ ਸੀ, ਅਤੇ ਐਤਕੀ ਵਾਰ ਮੈਂ ਉਸ ਸਮੇਂ ਉਸ ਥਾਂ 'ਤੇ ਹਾਜ਼ਰ ਸੀ, ਪਰ ਉਹ ਜਿਹੜੀਆਂ ਯਾਦਾਂ ਨੇ ਕਿਤੇ ਨਾ ਕਿਤੇ ਜਿਹੜੇ ਹਿਰਦਿਆਂ ਦੇ ਵਿੱਚ ਉਹ ਵਿਛੋੜੇ ਦੇ ਜ਼ਖਮ ਹੋਏ ਨੇ, ਅਤੇ ਉਹਨਾਂ ਦੀਆਂ ਪੀੜਾਂ ਮਹਿਸੂਸ ਹੋਣ ਲੱਗ ਜਾਂਦੀਆਂ ਸੀ। ਭਾਈ ਚਰਨ ਸਿੰਘ ਦੀਆਂ ਅੱਖਾਂ ਦੇ ਵਿੱਚ ਉਸ ਵੇਲੇ ਜਲ ਸੀ, ਜਦੋਂ ਉਹ ਸਮਾਂ ਆਇਆ। ਉਸ ਵੇਲੇ ਕੀਰਤਨ ਤੁਸੀਂ ਸਾਰੇ ਉਹਨਾਂ ਦੇ ਪਿਆਰ ਵਾਲੇ। ਉਹਨਾਂ ਦਾ ਇੱਕ ਬਚਨ ਦਾਸ ਨੇ ਕੰਨਾਂ ਨਾਲ ਸੁਣਿਆ। ਕਹਿੰਦੇ, ਭਾਈ ਭਾਵੇਂ ਦੁੱਧ ਪੀ ਲਓ, ਉਹ ਵੀ ਜਿਸਮ ਦੀ ਖੁਰਾਕ ਹੈ, ਜਿਸਮ ਨੂੰ ਨਰਵਾ ਕਰਨ ਵਾਸਤੇ। ਸ਼ਬਦ ਨੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ, ਜੇ ਦੁੱਧ ਦਾ ਦਹੀਂ ਬਣਾ ਕੇ ਖਾ ਲਿਆ, ਉਹ ਵੀ ਤਾਂ ਸਰੀਰ ਨੂੰ ਨਰਵਾ ਕਰਦਾ ਹੈ। ਦੁੱਧ ਦੀ ਥੋੜ੍ਹੀ ਜਿਹੀ ਤਾਸੀਰ ਬਦਲੀ ਹੈ, ਪਰ ਉਹਦਾ ਕਰਤੱਵ ਨਹੀਂ ਬਦਲਿਆ, ਸਰੀਰ ਨੂੰ ਤਾਕਤ ਦੇ ਰਿਹਾ ਹੈ। ਔਰ ਕਈ ਵਾਰ ਇਹ ਵੀ ਹੁੰਦਾ ਵੀ ਦੁੱਧ ਨਾਲੋਂ ਕਈਆਂ ਨੂੰ ਦਹੀਂ ਮਾਫਕ ਹੁੰਦਾ, ਜ਼ਿਆਦਾ ਲਾਭਦਾਇਕ ਹੈ, ਅਤੇ ਫਿਰ ਉਹਦੇ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ, ਅਤੇ ਉਹ ਵੀ ਖੁਰਾਕ ਹੈ ਜਿਸਮ ਦੀ। ਅਤੇ ਮਹਾਂਪੁਰਸ਼ ਕਹਿੰਦੇ ਵੀ ਭਾਈ ਭਾਵੇਂ ਕਥਾ ਹੈ, ਭਾਵੇਂ ਕੀਰਤਨ ਹੈ, ਗੁਰਬਾਣੀ ਦਾ ਪਾਠ ਹੈ, ਇਹ ਰੂਹ ਦੀ ਖੁਰਾਕ ਹੈ। ਔਰ ਭਾਵੇਂ ਮੱਖਣ ਦੇ ਪੇੜੇ ਦੀ ਨਿਆਈ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਹੈ। ਇਸ ਕਰਕੇ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਗੁਰਬਾਣੀ ਦਾ ਪਾਠ ਹੋਰ ਚੀਜ਼ ਹੈ, ਨਾਮ ਹੋਰ ਚੀਜ਼ ਹੈ, ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਗੁਰਮਤਿ ਦੇ ਰਾਹ 'ਤੇ ਜਾਂਦੇ ਜਾਂਦੇ ਠੇਡਾ ਖਾ ਚੁੱਕੇ ਨੇ। ਸੰਭਲ ਜਾਣਾ ਚਾਹੀਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਮ੍ਰਿਤਮਈ ਬਚਨ ਗੁਰਬਾਣੀ ਦਾ ਪੁੱਛਿਆ, ਪਾਤਸ਼ਾਹ ਜਿਹੜੇ ਨਾਮ ਜਪਦੇ ਹੈ, ਅਤੇ ਉਹਨਾਂ ਬਾਰੇ ਆਪ ਕਿਰਪਾ ਕਰਕੇ ਦੱਸੋ, ਸਾਨੂੰ ਸੋਝੀ ਦਿਓ ਕਿ ਨਾਮ ਜਪਣ ਵਾਲਿਆਂ ਨੂੰ ਅਸੀਂ ਕੀ ਸਮਝੀਏ, ਜਿਹੜੇ ਹਰ ਵੇਲੇ ਨਾਮ ਜਪਦੇ ਰਹਿੰਦੇ ਅਤੇ ਉਹਦਾ ਚਿੰਤਨ ਕਰਦੇ ਰਹਿੰਦੇ ਨੇ। ਗੁਰੂ ਸਾਹਿਬ ਜੀ ਬੋਲੇ, ਕਹਿੰਦੇ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਹਰੀ ਦਾ ਸੰਤ, ਰੱਬ ਦਾ ਪਿਆਰਾ, ਕਹਿੰਦੇ ਰੱਬ ਦਾ ਰੂਪ ਹੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਿਸ ਦੇ ਹਿਰਦੇ ਦੇ ਵਿੱਚ ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲਾ, ਜਿਵੇਂ ਸਰਗੁਣ ਰੂਪ ਧਾਰਨ ਕਰਕੇ ਮੁਰਦੈਤ ਨੂੰ ਮਾਰਿਆ ਅਤੇ ਮੁਰਾਰੀ ਨਾਮ ਪਿਆ, ਅਤੇ ਇੱਧਰ ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲਾ, ਹੰਕਾਰ ਰੂਪੀ ਮੁਰਦੈਤ ਨੂੰ ਮਾਰਨ ਵਾਲਾ, ਉਹਦਾ ਆਰੀ, ਉਹਦਾ ਦੁਸ਼ਮਣ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਹੈ। ਜਿਸ ਦੇ ਹਿਰਦੇ ਦੇ ਵਿੱਚ ਉਸ ਦਾ ਨਾਮ ਹੈ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੇ ਹਰ ਨਾਮ ਮੁਰਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਆਪਣੇ ਸਿੰਘਾਸਣ 'ਤੇ ਬਿਰਾਜਮਾਨ ਸਨ, ਅਤੇ ਸੰਗਤਾਂ ਦੇ ਵਿੱਚ ਕੁਝ ਵਿਚਾਰਾਂ, ਕਿਤੇ ਕੁਝ ਅਮੀਰਾਂ ਦੀਆਂ ਗੱਲਾਂ ਚੱਲੀਆਂ। ਉਹ ਸੰਪੂਰਨ ਸ਼ਬਦ ਵੀ ਇਹਦੇ ਭਾਗ ਠੜੇ ਹਰ ਸੰਤ ਮਾਰੇ, ਉਹ ਵੀ ਆਉਂਦਾ ਹੈ, ਉਥਾਨਕਾ ਉਸ ਦੀ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅਤੇ ਇਸੇ ਵਿਚਾਰ ਨੂੰ ਇਸ ਤੁਕ ਵਿੱਚ ਖੋਲ੍ਹਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਗਰੀਬ ਨਿਵਾਸ ਸਤਿਗੁਰੂ ਫਰਮਾਉਂਦੇ ਨੇ ਕਿ ਜਿੱਥੇ ਹਰ ਕਾ ਸੰਤ ਹਰ ਕੀ ਹਰ ਮੂਰਤ, ਹਿਰਦੇ ਨਾਮ ਜਿਨ੍ਹਾਂ ਨੇ ਵਿਸਰਿਆ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜਿਨ੍ਹਾਂ ਨੂੰ ਕਦੇ ਨਾਮ ਭੁੱਲਦਾ ਹੀ ਨਹੀਂ, ਸੇਕਨ ਇਹ ਆ। ਇਹ ਪ੍ਰਸ਼ਨ ਰੂਪ ਪੰਕਤੀ ਹੈ, ਸਵਾਲੀਆ ਫਿਕਰਾ ਹੈ। ਇਹਦੇ ਵਿੱਚ ਪ੍ਰਸ਼ਨ ਹੈ ਪੰਕਤੀ ਦੇ ਅੰਦਰ ਕਿ ਉਹ ਕਿਹੋ ਜਿਹੇ ਹਨ, ਜਾਂ ਉਹਨੂੰ ਕਿਹੋ ਜਿਹਾ ਮੰਨੀਏ ਜਿਨ੍ਹਾਂ ਨੂੰ ਨਾਮ ਕਦੀ ਭੁੱਲਦਾ ਨਹੀਂ। ਜਿਨ੍ਹਾਂ ਨੇ ਵਿਸਰੇ ਨਾਮ ਸੇਕਨ ਇਹ ਆ, ਤਾਂ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ। ਪਹਿਲਾਂ ਪੰਕਤੀ ਜਿਹੜੀ ਹੈ ਸਿੱਖਾਂ ਵੱਲੋਂ ਜੋ ਪ੍ਰਸ਼ਨ ਹੈ, ਅਤੇ ਉਹ ਪੰਕਤੀ ਗੁੰਥਨ ਕਰ ਦਿੱਤੀ। ਅੱਗੇ ਉੱਤਰ ਦਿੰਦੇ
ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਭੇਦ ਦਾ ਅਰਥ ਹੁੰਦਾ ਫਰਕ। ਇਹਦੇ ਵਿੱਚ ਕੋਈ ਵੀ ਅੰਤਰਾ ਨਹੀਂ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਉਹ ਤਾਂ ਸਾਈਂ ਵਰਗੇ, ਪਰਮੇਸ਼ਰ ਦਾ ਆਪਣਾ ਰੂਪ। ਤੋ ਇਸ ਕਰਕੇ ਰਾਮ ਸੰਤ ਮਹਿ ਭੇਦ ਕਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੀ। ਇਹ ਠੀਕ ਹੈ ਕਿ ਬਹੁਤੇ ਨਹੀਂ ਹੋ ਸਕਦੇ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜਚੇਤ, ਹੈਨ ਮਿਲੇ ਨਾਹੀ ਕਣੇ ਫੈਲ ਫਕੜ ਸੰਸਾਰ। ਇਹ ਠੀਕ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਹਰ ਇੱਕ ਨੇ ਨਹੀਂ ਬਣ ਜਾਣਾ। ਜਿਨ੍ਹਾਂ ਨੂੰ ਬਚਪਨ ਦੇ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਨੂੰ, ਬ੍ਰਹਮ ਗਿਆਨੀ ਦੀ ਪਹਿਚਾਨ ਅਗਿਆਨੀ ਨਹੀਂ ਕਰ ਸਕਦਾ। ਜਿਹਦੇ ਕੋਲ ਅੱਖਾਂ ਹੀ ਨਹੀਂ, ਉਹ ਦੇਖ ਨਹੀਂ ਸਕਦਾ। ਸੰਸਾਰ ਨੂੰ ਕੀ ਪਤਾ ਕੌਣ ਬ੍ਰਹਮ ਗਿਆਨੀ ਹੈ, ਕੌਣ ਨਹੀਂ ਹੈ। ਇਹ ਅਗਿਆਨੀ ਨੂੰ ਵੀ ਬ੍ਰਹਮ ਗਿਆਨੀ ਕਹਿ ਸਕਦੇ ਨੇ, ਔਰ ਬ੍ਰਹਮ ਗਿਆਨੀ ਨੂੰ ਵੀ ਕਿਸੇ ਹੋਰ ਸ਼ਬਦਾਂ ਦੇ ਨਾਲ ਕਹਿ ਕੇ ਅਪਮਾਨ ਕਰ ਸਕਦੇ ਨੇ, ਕਿਉਂਕਿ ਅਗਿਆਨ ਬਸ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੈਸਲਾ ਕਰਤਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਹੈ। ਸੰਤ ਬਾਬਾ ਵੀਰਮਦਾਸ ਜੀ, ਜਿਨ੍ਹਾਂ ਦਾ ਸਿੱਖ ਜਗਤ ਦੇ ਵਿੱਚ ਬੜੇ ਆਦਰ ਦੇ ਨਾਲ ਨਾਂ ਲਿਆ ਜਾਂਦਾ ਹੈ, ਉਹਨਾਂ ਦਾ ਬਾਕੀ ਸਿਮਰਨ ਕਿੰਨਾ ਸੀ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ ਇੱਕ ਸੰਪੂਰਨ ਕਥਾ ਇੱਕ ਓਅੰਕਾਰ ਤੋਂ 18 10 20 ਤੱਕ ਦਾਸ ਨੂੰ ਵੀ ਨਸੀਬ ਹੋਈ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ। ਅਤੇ ਉਹਨਾਂ ਮਹਾਂਪੁਰਖਾਂ ਨੇ ਕਥਾ ਵਿੱਚ ਇਹ ਵਚਨ ਕਿਹਾ ਕਿ ਸੰਤ ਬਾਬਾ ਵੀਰਮਦਾਸ ਜੀ 10 ਪਾਠ ਸੁਖਮਨੀ ਸਾਹਿਬ ਦੇ ਹਰ ਰੋਜ਼ ਦਾ ਨਿਤਨੇਮ ਸੀ ਉਹਨਾਂ ਦਾ। 10 ਪਾਠ ਹਰ ਰੋਜ਼। ਅਤੇ ਜੇ ਚਲੰਤ ਵੀ ਕਰੀਏ ਤਾਂ ਵੀ 45 ਮਿੰਟ ਤਾਂ ਲੱਗਦੇ। ਹੋਰ ਚਲੰਤ ਕਰ ਲਓ, ਚਲੋ ਅੱਧੇ ਘੰਟੇ ਤੱਕ ਹੋਊਗਾ, ਪਰ ਉਹ ਆਪਣੇ ਰੰਗ ਵਿੱਚ ਆ ਕੇ ਕਰਦੇ ਸੀ। ਔਰ ਫਿਰ ਮਹਾਂਪੁਰਖਾਂ ਨੇ ਅਜਿਹੇ ਥਾਂ 'ਤੇ ਸੇਵਾ ਸੰਭਾਲ ਕੀਤੀ ਜਿੱਥੇ 3 ਪਿੰਡਾਂ ਦਾ ਮਾਲ, 3 ਪਿੰਡਾਂ ਦੇ ਪਸ਼ੂ ਪਾਣੀ ਪੀਣ ਵਾਸਤੇ ਆਉਂਦੇ, 3 ਖੇਲਾਂ ਸਨ। ਆਪਣੇ ਆਪ ਨੂੰ ਪੇਟੀ ਲਾ ਕੇ, ਬੈਲ ਦੇ ਥਾਂ 'ਤੇ ਪੇਟੀ ਲਾ ਕੇ 10 ਪਾਠ ਸੁਖਮਨੀ ਸਾਹਿਬ ਦੇ ਕਰਨੇ ਅਤੇ 3 ਖੇਲਾਂ ਭਰਨੀਆਂ ਪਸ਼ੂਆਂ ਦੇ ਪਾਣੀ ਪੀਣ ਵਾਸਤੇ। ਅਤੇ ਉਹ ਸੁਖਮਨੀ ਸਾਹਿਬ ਪੜ੍ਹਦੇ ਪੜ੍ਹਦੇ, ਜਨ ਸਦਾਏ ਦੀ ਸੇਵਾ ਕਰਦੇ ਕਰਦੇ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੀ ਕਿਰਪਾ ਹੋ ਗਈ। ਅਤੇ ਭਗਤ ਮੁਖੇ 'ਤੇ ਬੋਲਦੇ ਸੀ ਬਚਨ ਹੋਮਦੇ, ਜੋ ਬਚਨ ਕਹਿੰਦੇ ਸੀ ਪੂਰਾ ਹੁੰਦਾ ਸੀ। ਔਰ ਉਹ ਇੱਕ ਮਹਾਂਪੁਰਸ਼ ਸੀ ਜਿਹਦੇ ਦਰ ਦੇ ਉੱਤੇ ਰਾਜੇ ਮਹਾਰਾਜੇ ਆ ਕੇ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਦੇਖੇ ਗਏ। ਉਹ ਮਿਲਣ ਦੀ ਪਰਵਾਹ ਵੀ ਨਹੀਂ ਸੀ ਕਰਦੇ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਭਾਗ ਸੁਆਮੀ। ਅਤੇ ਉਹ ਛੋਟੀ ਜਿਹੀ ਅਵਸਥਾ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਉਸ ਬ੍ਰਹਮ ਗਿਆਨੀ ਨੇ ਸਭ ਤੋਂ ਪਹਿਲਾਂ ਪਹਿਚਾਣਿਆ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੰਸਾਰ ਦੇ ਵਿੱਚ ਜੇ ਕਹੀਏ ਮਨੁੱਖੀ ਅੱਖ ਸਭ ਤੋਂ ਪਹਿਲੀ ਸੀ, ਜਿਹਨੇ ਗੁਰੂ ਨਾਨਕ ਨੂੰ ਪਹਿਚਾਣਿਆ ਕਿ ਇਹ ਕੌਣ ਹੈ। 5 ਕੁ ਵਰ੍ਹਿਆਂ ਦੀ ਬਾਬਾ ਕਲਿਆਣ ਚੰਦ ਦੀ ਸੁਪੁੱਤਰੀ, ਗੁਰੂ ਨਾਨਕ ਸਾਹਿਬ ਦੀ ਭੈਣ, 5 ਵਰ੍ਹਿਆਂ ਦੀ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਅੰਦਰ ਆਗਮਨ ਸਰੀਰ ਦਾ ਹੁੰਦਾ ਹੈ, ਅਤੇ ਉਸ ਵੇਲੇ ਭੈਣ ਨਾਨਕੀ ਉਸ ਥਾਂ 'ਤੇ ਖਲੋਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਜਿਨ੍ਹਾਂ ਦਾ ਸਰੀਰ ਬਾਹਰ ਆਉਣਾ। ਸਿਆਣੀਆਂ ਦਾਈਆਂ ਨੇ ਕਿਹਾ ਇਹਨੂੰ ਕੁੜੀ ਨੂੰ ਬਾਹਰ ਭੇਜ ਦਿਓ। ਉਹ ਕਹਿਣ ਲੱਗੀ ਨਹੀਂ, ਮੈਨੂੰ ਬਾਹਰ ਨਾ ਭੇਜੋ, ਮੈਂ ਆਪਣੇ ਵੀਰ ਦੇ ਸਵਾਗਤ 'ਚ ਖੜ੍ਹੀ ਹਾਂ। ਇਹ ਕੁੜੀਏ ਤੈਨੂੰ ਪਤਾ ਵੀ ਵੀਰ ਆਏਗਾ, ਮੇਰੀ ਆਤਮਾ ਕਹਿੰਦੀ ਹੈ। ਔਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੁੰਦਾ ਹੈ, ਸਭ ਤੋਂ ਪਹਿਲੀ ਮਨੁੱਖੀ ਅੱਖ ਹੈ 5 ਵਰ੍ਹਿਆਂ ਦੀ ਬਾਬਾ ਕਲਿਆਣ ਚੰਦ ਦੀ ਪੁੱਤਰੀ ਨੇ ਹੱਥ ਜੋੜ ਕੇ ਬੈਰਾਗ ਦੇ ਹੰਝੂ ਭਰ ਕੇ ਕਿਹਾ, ਹੇ ਨਿਰੰਕਾਰ, ਤੂੰ ਸੰਸਾਰ ਦੇ ਵਿੱਚ ਹੈ, ਸੰਸਾਰ ਦੇ ਮਾਲਕ, ਇੱਕ ਹੈ ਨਿੱਕੀ ਜਿਹੀ ਕੁੜੀ ਨੂੰ ਤੂੰ ਮੈਨੂੰ ਆ ਭੈਣ ਕਿਹਾ ਕਰੇਂਗਾ।
मैं तेनों गोदी खड़ावांगी, तू मैनू किड्डा मान दिता। ये कुछ अखां ने ਜਿਹੜੀਆਂ ਵੇਖ ਸਕਦੀਆਂ, ਸਾਰੀਆਂ नहीं। ये पहली मनुखी अख है। दूजे नंबर ते दाई ਦੀਆਂ ਗੱਲਾਂ ਆਉਂਦੀਆਂ ਨੇ, किते हल्थ लिखत पहली जन्म साखी पढ़ के वेखो, एडा कीमती धन साडे कोलों लोप हुंदा जा रहा है। हुण वाली जन्म साखी बहुत सारिया गल्लां नहीं हैगियां। ते इसे तरह संत बाबा बीरमदास जी की अख ने पहचानिया कि बाबा राम सिंह जी दे घर जिहड़ा ये पुत्र ने एक राजा जोगी पैदा होया है। ये उन्हां दे अपने बचन सी कि लंबड़दार जी लोग मैनू भी संत कहते हैं, क्योंकि खरौड़ गोत दे 24 पिंड न, एको ही गोत दे। और इन्हां 24 का टिक्का जिहड़ा ना, 24 का टिक्का जिन्हों कहते सी, वो चलैला। इत्थे पुराने समय दे विच राज हुंदा सी, जिहड़ा 24 पिंडां दे उत्ते इस थां ते राजा। अरे गुरु गोबिंद सिंह साहब ने 10वें ग्रंथ विच इस नगर का जिक्र किया है, दास ने पढ़िया। उस नगर दे विच संत बाबा ईश्वर सिंह जी प्राइमरी की विद्या पढ़न वास्ते जाते रहे, क्योंकि उस इलाके दे नाल ये सारे पिंड जिहड़े न खरोड़ां दे पिंड न, आलोवाल नगर भी उन्हां दे विच आउंदा है। ते उन्हां महापुरुषां ने ते संत बाबा बीरमदास जी दे कोल उस तरह पैरां पर जिवें वो बहिंदे सी, कोल बैठना। तो उन्हां दी अख ने पहचानिया कि लंबड़दार जी लोग मैनू भी संत कहते न, पर आ जिहड़ा है उंगल करके महापुरखों वाल कहते राजा जोगी संत है। और वाकई कोई कसर नहीं, राजियां तो अगे लंघी गल। पंजाब दे मुख मंत्री आउंदे न, कोई परवाह नहीं। जे लेट हुंदा ज्ञानी जैल सिंह तो घड़ी दिखा के कहण लगे भी ज्ञानी जी लेट हो गया। जे मुख मंत्री पंजाब का सरदार प्रताप सिंह कैरों, शक्तिशाली मुख मंत्रियों चों सी, जहाज़ विच इकट्ठे होंदे न, बेर परवाहियां दे विच बैठे, उहदे उत्ते प्रभाव पिया। और मैं एक गल मैं ये नहीं कहता कि संत बाबा बलजिंदर सिंह जी की अवस्था है भी जिहड़ी वो संत बाबा ईश्वर सिंह जी वर्गी, ये मेरी गल का कोई गलत नहीं किसी ने अर्थ करना। पर उन्हां दे थां ते बैठे न, उन्हां दी जगह की दस्तार है इन्हां दे सिर ते। एक गल दी मैं बधाई देना बाबा बलजिंदर सिंह जी नूं कि तुहाडे कोल चल के मुख मंत्री आउंदा है, तुसीं अपने पलंगे ते बैठे हो, जिथे बैठे हो उठे नहीं, तुसीं अपने बड़ियां दी लाज पाल के दिखा दित्ती कि पंजाब दी धरती 'च कोई ऐसे संत भी हैं जिहड़े किसी अहुदियां दे अगे प्रभावित नहीं हुंदे। संत बाबा बलजिंदर सिंह जी उस तरह बैठे रहे। तो मैं समझदा भी वो बड़ियां दी लाज जिहड़ी इन्हां ने पूर्ण रूप दे विच पाली है। तो सतगुरु महाराज साहब जी कहंदे ने, भाई जिन्हां ना बिसरे नाम से कि नेह आ, भेद न जानो मूल साईं जेह आ, राम संत में भेद कछ नाहि, एक जन कही में ला करोरी। जो लोड़ेंदे राम, मारे कहते जिन्होंने केवल राम की परमात्मा की लोड़ है, संसार दीयां लोड़ां मुक गईयां। संत बाबा ईश्वर सिंह जी नूं संसार की लोड़ कोई नहीं सी रही, केवल एक परमात्मा की लोड़। जो लोड़ेंदे राम सेवक सही कांडिया, नानक जानो सत। मारे कहते सत जानो ये गल, साईं संत ना बाहरा। इहो जे संतां तो साईं बाहरा नहीं है, उहदा रूप है। किन्ने क प्रमाण दिते जान। कबीर साहब ने कहा है, कबीर संतां को मत निंदो, संत राम है एको, कहो कबीर मैं सो गुर पाया, जाका नौ बवेको। जे रविदास बोले वो भी इसे सुरताल विच बोलिया है, रविदास पढ़े जो जाने सो जान, संत अनंत है अंतर नाही, ते पंथ दा मालक पंथ दा बाली साडा धर्म दा पिता गुरु गोबिंद सिंह साहब कहंदा है, हर जन दोई एक हैं, बिब विचार कुछ ना है, जल ते उबज तरंग ज्यों जल ही वेखे समाए। महापुरुषों की महिमा बाणी द्वारा और ये पंक्तियां की व्याख्या इहो जी महापुरुषों से ढुकती है। फिर संप्रदा दमदमी टकसाल नाल एक गहरा रिश्ता चलिया आ रहा इन्हां संप्रदावां दोनों का।
ਜੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਸੱਚਖੰਡ ਪਧਾਰ ਗਏ ਤਾਂ ਉਸ ਦੁਸਹਿਰੇ ਦੇ ਉੱਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਆਪ ਪਹੁੰਚੇ ਦੁਸਹਿਰੇ ਦੇ ਸਮਾਗਮ 'ਤੇ। ਬੜੇ ਲੰਮੇ ਸਮੇਂ ਤੋਂ ਇਹਨਾਂ ਸੰਪਰਦਾਵਾਂ ਦੀ ਸਾਂਝ ਹੈ। ਭਾਈ ਦਇਆ ਸਿੰਘ ਸਾਹਿਬ ਦੀਆਂ ਕਰਨੀਆਂ ਕਮਾਈਆਂ ਔਰ ਇਹ ਫਿਰ ਅੱਗੇ ਚੱਲ ਕੇ ਭਾਈ ਦਇਆ ਸਿੰਘ ਜੀ ਤੋਂ ਚੱਲੀ ਹੋਈ ਸੰਪਰਦਾ ਹੋਤੀ ਮਰਦਾਨ ਤੋਂ ਚੱਲ ਕੇ ਅੱਗੇ ਰਾੜਾ ਸਾਹਿਬ ਸੰਪਰਦਾ, ਤੇ ਹੈ ਤਾਂ ਇੱਕੋ ਹੀ ਬਾਤ ਹੈ। ਅਸੀਂ ਕਿਤੇ ਨਾ ਕਿਤੇ ਆਪਣੇ ਆਪ ਦੇ ਕਰਮਾਂ ਦੀ ਸ਼ਲਾਘਾ ਕਰੀਏ ਕਿ ਸਾਨੂੰ ਇਹੋ ਜਿਹੇ ਮਹਾਂਪੁਰਖਾਂ ਦੇ ਖੁੱਲ੍ਹੇ ਦਰਸ਼ਨ ਵੀ ਹੋਏ ਔਰ ਉਹਨਾਂ ਦੀ ਰਸਨਾ ਤੋਂ ਬਚਨ ਸੁਣਨ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਰਿਹਾ। ਅਤੇ ਬਹੁਤ ਸਾਰੀਆਂ ਸੰਗਤਾਂ ਤੁਹਾਡੇ 'ਚ ਗੁਰੂ ਪਿਆਰੇ ਉਹਨਾਂ ਦੇ ਨਵਾਜੇ ਬੈਠੇ ਨੇ। ਮਹਾਂਪੁਰਖਾਂ ਵੱਲੋਂ ਭਾਵੇਂ ਮੈਨੂੰ ਹੁਕਮ ਹੋਇਆ ਸੀ, ਕਹਿੰਦੇ ਬਾਅਦ 'ਚ ਮੇਰਾ ਹੀ ਟਾਈਮ ਹੈ ਵੀ ਤੁਸੀਂ, ਮੈਂ ਕਿਹਾ ਜੀ ਮੈਨੂੰ ਆਪਣੇ ਆਪ ਨੂੰ ਇਹ ਮਹਿਸੂਸ ਹੋ ਰਿਹਾ ਹੈ। ਅਤੇ ਮਹਾਂਪੁਰਖਾਂ ਨੇ ਲੜੀਵਾਰ ਸਾਰੇ ਅਤੇ ਦੋਨੋਂ ਤਰ੍ਹਾਂ ਦੀ ਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਦਾ 550ਵਾਂ ਜਿਹੜਾ ਉਤਸਵ ਹੈ ਮਨਾ ਰਹੇ ਹਾਂ। ਬਾਕੀ ਦੇ ਦਿਨਾਂ ਦੇ ਵਿੱਚ ਦਾਸ ਵੀ ਜਦੋਂ ਜਿਹੋ ਜਿਹਾ ਸਮਾਂ ਜਿੰਨੀ ਉਸ ਦੇ ਮੁਤਾਬਕ, ਅਤੇ ਗੁਰੂ ਕਿਰਪਾ ਕਰੇ ਭਾਈ ਇੰਦਰਜੀਤ ਸਿੰਘ ਜੀ ਭਾਵੇਂ ਠੀਕ ਹੈ ਇਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਸੰਤ ਈਸ਼ਰ ਸਿੰਘ ਟਰੱਸਟ ਬਣਿਆ ਹੈ। ਉਹ ਟਰੱਸਟ ਸਾਰੀ ਦੇਖਭਾਲ, ਉਹ ਟਰੱਸਟ ਸਾਰਾ ਅੱਗੇ ਹੋ ਕੇ ਕਰ ਰਿਹਾ ਹੈ। ਪਰ ਇੱਕ ਗੱਲ ਤਾਂ ਲੁਕੋਈ ਨਹੀਂ ਨਾ ਜਾ ਸਕਦੀ, ਜੋ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਭਾਈ ਇੰਦਰਜੀਤ ਸਿੰਘ ਜੀ ਤੁਹਾਡੇ ਸਿਰ 'ਤੇ ਹੱਥ ਰੱਖਿਆ, ਅਤੇ ਉਹ ਕਿਤੇ ਨਾ ਕਿਤੇ ਉਸ ਹੱਥ ਰੱਖੇ ਦੀ ਕਰਾਮਾਤ ਹੈ ਕਿ ਤੁਸੀਂ ਮੂਹਰੇ ਲੱਗ ਕੇ ਉਹਨਾਂ ਦੀ ਯਾਦ ਦੇ ਵਿੱਚ ਮੈਦਾਨ ਵਿੱਚ ਆਏ, ਅਤੇ ਇੱਕ ਰਾੜਾ ਸਾਹਿਬ ਵਰਗਾ ਉਹ ਮਾਹੌਲ ਇਸ ਥਾਂ 'ਤੇ ਖੁੱਲ੍ਹਿਆਂ ਗਰਾਊਂਡਾਂ ਦੇ ਵਿੱਚ ਸ਼ੁਰੂ ਹੋਇਆ। ਅਤੇ ਤੁਹਾਨੂੰ ਦੇਖ ਕੇ ਬਹੁਤ ਸਾਰੇ ਆਪਣੇ ਆਪਣੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਔਰ ਵੱਡੇ ਵੱਡੇ ਗੁਰਮਤਿ ਸਮਾਗਮ ਕਰਕੇ ਸਾਡੇ ਪੰਥ ਦਾ ਭਲਾ ਹੋਣ ਲੱਗਿਆ। ਅੰਮ੍ਰਿਤ ਸੰਚਾਰ ਹੁੰਦਾ ਹੈ, ਗੁਰਮਤਿ ਦਾ ਪ੍ਰਚਾਰ ਹੁੰਦਾ ਹੈ। ਗੁਰੂ ਕਿਰਪਾ ਕਰੇ ਸਾਰੀ ਤੁਹਾਡੀ ਜਿੰਨੇ ਵੀ ਪ੍ਰਬੰਧਕ ਨੇ ਸੱਜਣ, ਉਹਨਾਂ ਸਾਰਿਆਂ ਨੂੰ ਦਾਸ ਆਪਣੇ ਵੱਲੋਂ ਸ਼ੁਭ ਕਾਮਨਾ ਦਿੰਦਾ ਹੈ। ਇਹ ਦਾਸ ਦੀ ਮਜ਼ਦੂਰੀ ਹੈ ਕਿ ਮੈਂ ਮਹਾਂਪੁਰਖਾਂ ਤੋਂ ਛੁੱਟੀ ਲਈ ਆ ਵੀ ਮੈਨੂੰ ਜਾਣਾ ਪੈਣਾ, ਕਿਉਂਕਿ ਸਮਾਂ ਇੰਨੇ ਵੀ ਅੱਗੇ ਮੈਂ ਵਕਤ ਸਿਰ ਪਹੁੰਚਾਂ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਨੂੰ